ਦਿਸ਼ਾ ਪਰਿਵਰਤਨ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਰਮ ਪਿਤਾ ਪਰਮੇਸ਼ਵਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨੇ ਸਾਨੂੰ ਇਹ ਮੌਕਾ ਬਖਸ਼ਿਆ ਕਿ ਅਸੀਂ ਵਚਨ ਦੀ ਸੇਵਕਾਈ ਕਰਨ ਦੇ ਲਈ ਤੁਹਾਡੇ ਵਿਚਕਾਰ ਆਈਏ। ਦੋਸਤੋ, ਹੁਣ ਤੱਕ ਅਸੀਂ 2 ਵਿਸ਼ਿਆਂ ਦੇ ਉੱਤੇ ਲੜੀਵਾਰ ਅਧਿਐਨ ਕਰ ਚੁੱਕੇ ਹਾਂ। ਪਹਿਲੀ ਲੜੀ ਸੀ ਕਿਰਪਾ ਦੁਆਰਾ ਫੜੇ ਜਾਣਾ ਅਤੇ ਦੂਜੀ ਲੜੀ ਜਿਹੜੀ ਕਿ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਖਤਮ ਕੀਤੀ ਹੈ ਉਹ ਸੀ ਵਿਸ਼ਵਾਸ ਦੀਆਂ ਮੁੱਢਲੀ ਗੱਲਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਇਹਨਾਂ ਲੜੀਵਾਰ ਅਧਿਐਨ ਪ੍ਰੋਗਰਾਮਾਂ ਦਾ ਬਹੁਤ ਲਾਭ ਪ੍ਰਾਪਤ ਹੋਇਆ ਹੋਵੇਗਾ। ਅਸੀਂ ਤੁਹਾਡੀ ਸਾਰਿਆਂ ਦੀ ਬਹੁਤ ਤਾਰੀਫ ਕਰਦੇ ਹਾਂ ਕਿ ਤੁਸੀਂ ਸਾਰੇ ਇਹਨਾਂ ਅਧਿਐਨ ਪ੍ਰੋਗਰਾਮਾਂ ਦੇ ਰਾਹੀਂ ਸਾਡੇ ਨਾਲ ਜੁੜੇ ਰਹੇ ਹੋ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਇੰਨਾ ਪਿਆਰ ਦੇਣ ਦੇ ਲਈ ਅਸੀਂ ਤੁਹਾਡਾ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਹੋ। ਵਿਸ਼ਵਾਸ ਕਰੋ ਕਿ ਪਰਮੇਸ਼ਵਰ ਤੁਹਾਡੇ ਇਸ ਤਿਆਗ ਨੂੰ ਵੇਖਦਾ ਹੈ ਅਤੇ ਆਪਣੇ ਵਚਨ ਦੇ ਰਾਹੀਂ ਤੁਹਾਨੂੰ ਬਹੁਤ ਆਸ਼ੀਸ਼ ਦੇਵੇਗਾ। ਦੋਸਤੋ, ਸਾਨੂੰ ਤੁਹਾਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਤੋਂ ਅਸੀਂ ਇੱਕ ਹੋਰ ਲੜੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਹ ਲੜੀ ਹੈ ਆਤਮਿਕ ਯੁੱਧ ਦੀ। ਇਸ ਲਈ ਆਓ ਅਸੀਂ ਸਾਰੇ ਆਪਣੇ ਸਮੇਂ ਨੂੰ ਇਸ ਲੜੀ ਦੇ ਲਈ ਫਿਕਸ ਕਰ ਲਈਏ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸ ਲੜੀਵਾਰ ਅਧਿਐਨ ਦੇ ਦੁਆਰਾ ਤੁਹਾਨੂੰ ਸਭਨਾਂ ਨੂੰ ਬਹੁਤ ਸਾਰੇ ਆਤਮਿਕ ਬੰਧਨਾਂ ਤੋਂ ਆਜ਼ਾਦੀ ਮਿਲੇਗੀ। ਤੇ ਦੋਸਤੋ, ਫਿਰ ਬਿਨਾਂ ਦੇਰ ਕੀਤੇ ਆਓ ਆਪਣੇ ਇਸ ਨਵੇਂ ਅਧਿਐਨ ਦੀ ਸ਼ੁਰੂਆਤ ਕਰਦੇ ਹਾਂ। ਆਓ ਮਿਲ ਕੇ ਡਾਕਟਰ ਡੇਵਿਡ ਯਰਮਿਯਾਹ ਤੋਂ ਸਿੱਖਦੇ ਹਾਂ ਕਿ ਬਾਈਬਲ ਆਤਮਿਕ ਯੁੱਧ ਦੇ ਬਾਰੇ ਸਾਨੂੰ ਕੀ ਦੱਸਦੀ ਹੈ।
ਸਰੋਤਾ ਦੋਸਤੋ, ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਇਸ ਨਵੀਂ ਲੜੀ ਜਿਸ ਦਾ ਨਾਮ ਹੈ ਆਤਮਿਕ ਯੁੱਧ। ਇਫਸੀਆਂ ਦੀ ਪੱਤਰੀ 6 ਅਧਿਆਏ 10 ਵਚਨ ਤੋਂ ਲੈ ਕੇ 18 ਵਚਨ ਵਿੱਚ ਅਸੀਂ ਗੌਰ ਕਰਨ ਜਾ ਰਹੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਪ੍ਰਕਾਰ ਹੋਵੇਗੀ। ਨੰਬਰ 1 ਆਤਮਿਕ ਯੁੱਧ, ਨੰਬਰ 2 ਪਰਮੇਸ਼ਰ ਦੇ ਸ਼ਸਤਰ ਵਸਤਰ, ਭਾਗ ਊੜਾ ਸਚਾਈ ਦਾ ਕਮਰਕੱਸਾ, ਭਾਗ ਐੜਾ ਧਰਮ ਦੀ ਸੰਜੋ, ਭਾਗ ਈੜੀ ਮਿਲਾਪ ਦੀ ਖੁਸ਼ਖਬਰੀ ਦੀ ਜੁੱਤੀ, ਭਾਗ ਸੱਸਾ ਨੇਚਾ ਦੀ ਢਾਲ, ਭਾਗ ਹਾਹਾ ਮੁਕਤੀ ਦਾ ਟੋਪ, ਭਾਗ ਕੱਕਾ ਆਤਮਾ ਦੀ ਤਲਵਾਰ, ਭਾਗ ਖੱਖਾ ਪ੍ਰਾਰਥਨਾ ਦਾ ਹਥਿਆਰ। ਅੱਜ ਮੈਂ ਆਪ ਦੇ ਨਾਲ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਜਾ ਰਿਹਾ ਹਾਂ ਕਿ ਅਸੀਂ ਸੱਚਮੁੱਚ ਇੱਕ ਯੁੱਧ ਵਿੱਚ ਜੁਟੇ ਹੋਏ ਹਾਂ, ਕਿ ਅਸੀਂ ਸੱਚਮੁੱਚ ਇੱਕ ਵਿਰੋਧ ਵਿੱਚ ਸ਼ਾਮਲ ਹਾਂ। ਪਾਲੂਸ ਨੇ ਇਫਸੀਆਂ ਨੂੰ ਇਸ ਤਰ੍ਹਾਂ ਲਿਖਿਆ ਸੀ, ਮੁੱਕਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ, ਪਰਮੇਸ਼ਵਰ ਦੇ ਸਾਰੇ ਸ਼ਸਤਰ ਵਸਤਰ ਧਾਰੋ, ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਸਾਹਮਣੇ ਖਲੋ ਸਕੋ। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਲੈ ਲਵੋ, ਭਾਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭੇ ਕੁਝ ਮੁਕਾ ਕੇ ਖਲੋ ਸਕੋ। ਸੋ ਤੁਸੀਂ ਆਪਣੀ ਕਮਰ ਸਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ। ਉਹਨਾਂ ਸਭਨਾਂ ਸਣੇ ਨੇਚਾ ਦੀ ਢਾਲ ਲਓ, ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨਬਾਣਾਂ ਨੂੰ ਬੁਝਾ ਸਕੋਗੇ, ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ, ਅਤੇ ਸਾਰੀ ਪ੍ਰਾਰਥਨਾਵਾਂ ਅਤੇ ਬੇਨਤੀਆਂ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ, ਅਤੇ ਇਹਦੇ ਨਿਮਿਤ ਸਾਰੇ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ। ਅਲੈਗਜ਼ੈਂਡਰ ਦਾ ਜਨਮ 1871 ਈਸਵੀ ਵਿੱਚ ਕ੍ਰਿਸਮਸ ਵਾਲੇ ਦਿਨ ਹੋਇਆ ਸੀ। ਬਿਨਾਂ ਸ਼ੌਕ ਉਹ ਆਪਣੇ ਜ਼ਮਾਨੇ ਦੇ ਸਭ ਤੋਂ ਵੱਧ ਵਿਦਿਆਪੂਰਨ ਸੰਗਤੀ ਦਾ ਸੰਗ੍ਰਹਿ ਸੀ। 21 ਸਾਲ ਦੀ ਉਮਰ ਵਿੱਚ ਉਸ ਨੇ ਮਾਸਕੋ ਵਿਖੇ ਇੱਕ ਸੋਨੇ ਦਾ ਤਕਮਾ ਜਿੱਤਿਆ ਸੀ, ਅਤੇ ਬਾਅਦ ਵਿੱਚ ਉਸ ਨੇ ਕੁਝ ਸਭ ਤੋਂ ਵੱਧ ਕਠਿਨ ਲਿਖੀਆਂ ਗਈਆਂ ਪਿਆਨੋ ਦੀਆਂ ਰਚਨਾਵਾਂ ਨੂੰ ਰਚਿਆ ਅਤੇ ਵਜਾਇਆ ਸੀ। ਉਹ ਜਿਨ੍ਹਾਂ ਨੇ ਉਸ ਦੀ ਜੀਵਨ ਦਾ ਅਧਿਐਨ ਕੀਤਾ ਹੈ, ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਉਸ ਦੀਆਂ ਆਰੰਭਿਕ ਧਿਆਨ ਰਚਨਾਵਾਂ ਵਧੀਆਂ ਲਾਗੂ ਰੂਪ ਨਾਲ ਹਨ, ਜਿਨ੍ਹਾਂ ਵਿੱਚ ਇੱਕ ਇਹੋ ਜਿਹੀ ਇੱਕ ਸੂਰਤਾ ਪਾਈ ਜਾਂਦੀ ਹੈ ਜੋ ਖੂਬਸੂਰਤੀ ਦੇ ਇੱਕ ਪ੍ਰੋਲੌਕਿਕ ਦਰਸ਼ਨ ਨੂੰ ਪ੍ਰਗਟ ਕਰਨ ਵਾਲਾ ਹੈ। ਸੈਨਾਬਿਨ ਨੇ ਸਫਲ ਤੌਰ ਤੇ ਯੂਰਪ ਦੀ ਫੇਰ ਲਗਾਈ ਅਤੇ 1898 ਵਿੱਚ ਮਾਸਕੋ ਵਿੱਚ ਪੜਾਅ ਲਈ ਸਭ ਤੋਂ ਛੋਟੀ ਉਮਰ ਦੇ ਪ੍ਰੋਫੈਸਰ ਵਜੋਂ ਵਾਪਸ ਮਾਸਕੋ ਨੂੰ ਆਇਆ, ਪਰ ਫਿਰ ਉਸ ਦੇ ਜੀਵਨ ਵਿੱਚ ਕੁਝ ਬਰ ਪਿਆ। ਸ਼ਤਾਬਦੀ ਦੇ ਅੰਤ ਵਿੱਚ ਉਸ ਨੇ ਰਹੱਸਵਾਦ ਵਿੱਚ ਹੱਥ ਪੈਰ ਮਾਰਨੇ ਆਰੰਭ ਕਰ ਦਿੱਤੇ ਸਨ। ਉਸ ਦੀ ਗਹਿਰੀ ਰੋਮਾਂਚਿਕ ਕਲਪਨਾ ਨੇ ਉਦੋਂ ਵਧਣਾ ਫੁੱਲਣਾ ਸ਼ੁਰੂ ਕਰ ਦਿੱਤਾ ਸੀ, ਜਿਉਂ-ਜਿਉਂ ਉਸ ਨੇ ਆਜ਼ਾਦੀ ਅਤੇ ਇਖਤਿਆਰ ਦੇ ਸਦਹੋਰ ਦਰਸ਼ਕਾਂ ਵੱਲ ਤੱਕਿਆ ਸੀ। ਉਸ ਦੀਆਂ ਰਚਨਾਵਾਂ ਵਿੱਚ ਇੱਕ ਦਾ ਨਾਮ ਦ ਡਿਵਾਈਨ ਪੋਇਮ ਸੀ। ਉਸ ਨੇ ਇਸ ਨੂੰ 1903 ਵਿੱਚ ਲਿਖਿਆ ਸੀ, ਅਤੇ ਇਸ ਨੇ ਮਨੁੱਖ ਦੇ ਧਰਮ ਅਤੇ ਆਪਣੇ ਖੁਦ ਦੇ ਅਤੀਤ ਦੀਆਂ ਜੰਜੀਰਾਂ ਵਿੱਚੋਂ ਬਚ ਨਿਕਲਣ ਦੀ ਤਸਵੀਰ ਨੂੰ ਉਲੋਕਿਆ ਸੀ। ਇਹ ਤਾਂ ਬਸ ਉਹ ਗਿਰਾਵਟ ਵੱਲ ਜਾਣ ਦੇ ਸਾਈਨਮੈਨ ਦੇ ਸਫ਼ਰ ਦਾ ਆਰੰਭ ਸੀ ਜੋ ਉਹ ਕਰਨ ਜਾ ਰਿਹਾ ਸੀ। ਇਸ ਦੀ ਸਮਾਪਤੀ ਤੋਂ ਪਹਿਲਾਂ ਉਹ ਆਪਣੇ ਖੁਦ ਦੇ ਮਸੀਹ ਨਾਲ ਸੰਬੰਧਿਤ ਮਤਲਬ ਦੇ ਉਤੇਜਿਤ ਭਰਮਾਂ ਨਾਲ ਜੁੜਿਆ ਹੋਇਆ ਸੀ। ਇੱਕ ਵਾਰ ਉਹ ਇੱਕ ਕਸ਼ਤੀ ਉੱਤੇ ਸਵਾਰ ਹੋ ਕੇ ਇੱਥੇ ਵਿੱਚ ਖੜਾ ਹੋ ਕੇ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਪ੍ਰਚਾਰ ਕਰਨ ਲੱਗ ਪਿਆ। ਉਸ ਨੇ ਆਖਿਆ, ਮੈਂ ਚਾਨਣ ਹਾਂ, ਮੈਂ ਭਲਾ ਹਾਂ, ਮੈਂ ਪਰਮੇਸ਼ਰ ਹਾਂ, ਮੇਰੀ ਬੰਦਗੀ ਕੀਤੀ ਜਾਣੀ ਚਾਹੀਦੀ ਹੈ। ਜਿਉਂ-ਜਿਉਂ ਹੀ ਉਸ ਨੇ ਅਭਿਆਸ ਦੇ ਇਹਨਾਂ ਅਜੀਬ ਖੇਤਰਾਂ ਦੇ ਅੰਦਰ ਚੱਲਣਾ ਆਰੰਭ ਕੀਤਾ ਸੀ, ਤਦ ਉਹਨਾਂ ਨੇ ਜੋ ਉਸ ਨੂੰ ਜਾਣਦੇ ਸਨ ਆਖਿਆ ਸੀ ਕਿ ਇੱਕ ਚੀਜ਼ ਜੋ ਉਹਨਾਂ ਨੇ ਉਸ ਬਾਰੇ ਅਚਰਨ ਵਜੋਂ ਵੇਖੀ ਸੀ, ਉਹ ਇਹ ਸੀ ਕਿ ਉਹ ਹਰ ਰੋਜ਼ ਆਪਣੇ ਹੱਥਾਂ ਨੂੰ ਸੈਂਕੜੋਂ ਵਾਰ ਧੋਂਦਾ ਹੁੰਦਾ ਸੀ, ਕਿਉਂਕਿ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੰਦਾ ਅਤੇ ਪੂਰੀ ਤਰ੍ਹਾਂ ਦੁਸ਼ਟ ਮਹਿਸੂਸ ਕੀਤਾ ਸੀ। ਉਹ ਹਮੇਸ਼ਾ ਹੀ ਇੱਕ ਮੁਕਤੀ ਬਾਰੇ ਗੱਲ ਕਰਦਾ ਹੁੰਦਾ ਸੀ ਜੋ ਉਸ ਦੇ ਅੰਦਰ ਹੈ ਸੀ, ਕਿ ਉਸ ਕੋਲ ਇਹ ਬਸ਼ਗਨੀ ਆਤਮਾ ਸੀ ਕਿ ਉਸ ਨਾਲ ਉਸ ਦੇ ਜੀਵਨ ਵਿੱਚ ਕੁਝ ਬਹੁਤ ਹੀ ਜ਼ਿਆਦਾ ਭਿਆਨਕ ਬਰਪਣ ਜਾ ਰਿਹਾ ਸੀ। ਅੰਤ ਵਿੱਚ ਉਸ ਦੇ ਜੀਵਨ ਦੇ ਅੰਤ ਦੇ ਲਾਗੇ ਉਸ ਨੇ ਹੁਣ ਇਸ ਅਸਲੀਅਤ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਸ਼ੈਤਾਨ ਦੇ ਦੁਆਰਾ ਪ੍ਰੇਰਿਆ ਗਿਆ ਸੀ, ਅਤੇ ਉਸ ਦਾ ਛੇਕੜਲਾ ਸੁਪਨਾ ਇੱਕ ਦਿਨ ਭਾਰਤ ਵਿੱਚ ਜਾ ਕੇ ਮਾਸਕੋ ਵਿਖੇ ਇੱਕ ਮੰਦਰ ਉਸਾਰਨ ਦੀ ਸੀ, ਜਿੱਥੇ ਕਿ ਲੋਕ ਉਸ ਦਾ ਜਸ਼ਨ ਮਨਾ ਸਕਣ। ਜਿਸ ਨੇ ਉਸ ਨੂੰ ਦਾ ਮੈਸਟਰੀਅਨ ਕਰਕੇ ਆਖਿਆ ਸੀ। ਇਹ ਸੱਚਮੁੱਚ ਸੰਗੀਤ ਦਾ
ਇੱਕ ਅਨੋਖਾ ਸੈਗਰਹਿ ਸੀ ਜਿਸ ਨੂੰ ਉਸਨੇ ਆਪਣੇ ਮਨ ਵਿੱਚ ਇਕੱਠਾ ਕੀਤਾ ਹੋਇਆ ਸੀ, ਅਤੇ ਉਹਨੇ ਗਾ ਕੇ ਬੰਦਗੀਆਂ, ਜੋਤਾਂ ਅਤੇ ਆਤਮਾਵਾਂ ਦੀ ਹਜ਼ੂਰੀ ਉਸਨੇ ਆਪਣੇ ਜੀਵਨ ਦੇ ਆਖਰੀ ਵਰੇ ਵਿੱਚ ਇਸ ਸੇਕੜਲੇ ਕੰਮ ਵਿੱਚ ਲਗਾਏ ਸਨ। ਉਸਨੇ ਯੋਗ ਨੂੰ ਅਪਣਾ ਰਿਹਾ ਸੀ ਅਤੇ ਸਾਹ ਨੂੰ ਬਸ ਵਿੱਚ ਕਰਨ ਦਾ ਅਭਿਆਸ ਕੀਤੇ ਸਨ। ਉਸਨੇ ਸੰਸਕ੍ਰਿਤ ਦਾ ਅਧਿਐਨ ਕਰਨਾ ਆਰੰਭ ਕੀਤਾ ਸੀ। ਉਸਨੇ ਭਾਰਤ ਵਿੱਚ ਹਮਲੀਆਂ ਦੇ ਹੇਠਾਂ ਕੁਝ ਜ਼ਮੀਨ ਖਰੀਦੀ ਅਤੇ ਵੱਡੇ ਉਤਸ਼ਾਹ ਨਾਲ ਇੱਕ ਰਚਨਾ ਦਾ ਸੰਗ੍ਰਹਿ ਕਰਨਾ ਆਰੰਭ ਕੀਤਾ, ਜਿਸ ਨੂੰ ਉਸਨੇ ਪੋਸਟਰੀ ਐਕਸ਼ਨ ਦਾ ਨਾਮ ਦਿੱਤਾ ਸੀ। ਉਸ ਦਾ ਸੁਪਨਾ ਇਹ ਸੀ ਕਿ ਇਸ ਆਖਰੀ ਮਿਸਟਰੀਅਮ ਵਿੱਚ ਪਸ਼ੂ, ਅੰਤ, ਕੀੜੇ ਮਕੌੜੇ ਅਤੇ ਪੰਛੀ ਸ਼ਾਮਲ ਹੋਣਗੇ। ਉਸਨੇ ਆਖਿਆ ਸੀ ਕਿ ਇਸ ਜਗਤ ਨੂੰ ਕਰੋੜਾਂ ਬਾਜਾਂ ਸ਼ੇਰਾਂ ਦੇ ਨਾਲ ਪਾੜ ਖੇਰੂ ਖੇਰੂ ਕਰਨਾ ਕਿੰਨੀ ਖੁਸ਼ੀ ਦੀ ਗੱਲ ਹੈ, ਅਤੇ ਫਿਰ ਉਸ ਨੂੰ ਚੁੰਮਣਾ ਅਤੇ ਇਸ ਨੂੰ ਦੁਖੀ ਕਰਨਾ ਤੇ ਦੁਆਰਾ ਵਿੱਚ ਜੱਫੀ ਪਾਉਣਾ ਸੀ। ਉਸਨੇ ਮੁੱਖ ਤੌਰ ਤੇ ਆਪਣੀ ਖੁਦ ਦੀ ਸੋਚਣ ਦੀ ਯੋਗਤਾ ਨੂੰ ਵੀ ਗਵਾਉਣਾ ਆਰੰਭ ਕਰ ਦਿੱਤਾ ਸੀ। ਫਿਰ ਇੱਕ ਬਹੁਤ ਹੀ ਰੋਚਕ ਘਟਨਾ ਬਰਪੀ। ਉਸਨੇ ਤਾਂ ਅਜੇ ਇਸ ਰਚਨਾ ਦਾ ਇੱਕ ਸਿਰਲੇਖ ਵੀ ਤਿਆਰ ਨਹੀਂ ਸੀ ਕੀਤਾ ਅਤੇ ਆਪਣੇ ਉਸ ਛੇਕੜਲੇ ਸੁਪਨੇ ਦੇ ਸਿਰਫ ਕੁਝ ਕੁ ਸੰਗੀਤ ਦੇ ਨੋਟ ਹੀ ਛਪਾਏ ਸਨ, ਜਦੋਂ ਕਿ 1915 ਈਸਵੀ ਵਿੱਚ ਉਸ ਦੇ ਬੁੱਲ੍ਹਾਂ ਉੱਤੇ ਇੱਕ ਫੋੜਾ ਉੱਠਿਆ ਅਤੇ ਇਸ ਦੀ ਜ਼ਹਿਰ ਨੇ ਉਸ ਦੇ ਖੂਨ ਦੇ ਪ੍ਰਵਾਹ ਵਿੱਚ ਉਹਨੂੰ ਅਸਰ ਪਾ ਦਿੱਤਾ ਅਤੇ ਫੈਲ ਗਿਆ ਸੀ ਅਤੇ ਉਹ ਮਰ ਗਿਆ ਸੀ। ਉਸ ਦੇ ਆਖਰੀ ਸ਼ਬਦ ਇਹ ਸਨ, ਇਸ ਦਾ ਅਰਥ ਹੁੰਦਾ ਹੈ ਅੰਤ। ਕਿੰਨੀ ਵੱਡੀ ਮੁਸੀਬਤ ਸੀ ਇਹ। ਇੱਕ ਮਨੁੱਖ ਦੇ ਜੀਵਨ ਵਿੱਚ ਅਜੀਬ ਅਜੀਬ ਘਟਨਾਵਾਂ ਵਰਪੀਆਂ ਜੋ ਉਸ ਦਿਨ ਜਨਮਿਆ ਸੀ ਜਦੋਂ ਕਿ ਅਸੀਂ ਪ੍ਰਭੂ ਯਿਸੂ ਦੇ ਜਨਮ ਦਾ ਜਸ਼ਨ ਮਨਾਉਂਦੇ ਹਾਂ। ਉਸ ਦਾ ਜਨਮ ਕ੍ਰਿਸਮਸ ਵਾਲੇ ਦਿਨ ਹੋਇਆ ਸੀ ਅਤੇ ਫਿਰ ਤੋਂ ਜਾਪਦਾ ਹੈ ਕਿ ਉਸਨੇ ਸੋਚਿਆ ਸੀ ਕਿ ਉਹ ਪਰਮੇਸ਼ਰ ਸੀ। ਉਹ ਇਹ ਸੋਚਦਾ ਖਤਮ ਹੋ ਗਿਆ ਸੀ ਕਿ ਉਹ ਮਸੀਹ ਸੀ। ਉਸਨੇ ਯਿਸੂ ਦੇ ਕੰਮਾਂ ਦੀ ਨਕਲ ਕਰਨ ਦੀ ਵਿਧੀ ਦਾ ਅਭਿਆਸ ਵੀ ਕੀਤਾ ਸੀ ਅਤੇ ਜਿਸ ਨੇ ਇੱਕ ਝੀਲ ਵਿੱਚ ਖੜੀ ਕਿਸ਼ਤੀ ਵਿੱਚੋਂ ਮਨੁੱਖ ਨੂੰ ਸਿੱਖਿਆ ਦਿੱਤੀ ਸੀ। ਉਸਨੇ ਯਿਸੂ ਦੀ ਖੁਦ ਨੂੰ ਪ੍ਰਗਟ ਕਰਨ ਦੀ ਭਾਸ਼ ਦੀ ਨਕਲ ਵੀ ਕੀਤੀ ਸੀ, ਜਦੋਂ ਉਸਨੇ ਆਪਣੇ ਆਪ ਨੂੰ ਇੱਛਾ ਅਤੇ ਚਾਨਣ ਅਤੇ ਪਰਮੇਸ਼ਰ ਵਜੋਂ ਬਿਆਨ ਕੀਤਾ ਸੀ। ਉਸਨੇ ਯਿਸੂ ਦੀ ਮੌਤ ਵਿੱਚ ਨੇਚਾ ਕਰਨ ਦੇ ਰਾਹੀਂ ਮਿਲਾਵੇ ਜੀਵਨ ਦੀ ਖੁਸ਼ਖਬਰੀ ਨੂੰ ਆਪਣੇ ਖੁਦ ਦੇ ਗਰਭ ਧਾਰਨ ਕਰਨ, ਸ਼ੈਤਾਨ ਦੇ ਜਸ਼ਨ ਅਤੇ ਬ੍ਰਹਮੰਡੀ ਮੌਤ ਨਾਲ ਬਦਲਣ ਦਾ ਇਰਾਦਾ ਕੀਤਾ ਸੀ ਅਤੇ ਇਸ ਤਰ੍ਹਾਂ ਕਰਨਾ ਹੀ ਉਸ ਦੀ ਪਹੁੰਚ ਦਾ ਤਰੀਕਾ ਸੀ। ਉਹ ਇਸ ਦੀ ਇੱਕ ਅਦਭੁਤ ਤਸਵੀਰ ਸੀ ਜੋ ਦੇਹਧਾਰੀ ਸ਼ਕਲ ਵਿੱਚ ਇੱਕ ਦਿਨ ਇਸ ਧਰਤੀ ਉੱਤੇ ਹੋਵੇਗਾ। ਮਸੀਹ ਦੀ ਨਕਲ ਮਸੀਹ ਵਿਰੋਧੀ ਵੱਲੋਂ ਕਰਦਿਆਂ ਉਹ ਇੱਕ ਇਹੋ ਜਿਹਾ ਮਨੁੱਖ ਸੀ ਜਿਸ ਬਾਰੇ ਕੋਈ ਵੀ ਸ਼ੱਕ ਨਹੀਂ ਸੀ। ਉਹ ਸ਼ੈਤਾਨ ਨਾਲ ਭਰਿਆ ਪਿਆ ਸੀ, ਸ਼ੈਤਾਨ ਦੇ ਦੁਆਰਾ ਨਿਰਖਿਤ ਕੀਤਾ ਹੋਇਆ ਸੀ ਅਤੇ ਇਹ ਸਭ ਦਾ ਅੰਤ ਇਹ ਸੀ ਕਿ ਇਸ ਨੇ ਉਸ ਨੂੰ ਨਾਸ਼ ਕਰ ਦਿੱਤਾ ਸੀ। ਨੰਬਰ 1, ਆਤਮਿਕ ਯੁੱਧ। ਅੱਜ ਕੱਲ੍ਹ ਲੋਕ ਹੁਣ ਸ਼ੈਤਾਨ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ। ਉਹਨਾਂ ਨੇ ਐਗਜ਼ੈਜਰ ਬਾਰੇ ਕਹਾਣੀ ਦੱਸਣ ਦਾ ਉਹਨਾਂ ਲਈ ਇੱਕ ਕਿਸਮ ਦਾ ਸਿਰ ਘੁਮਾ ਕੇ ਆਪ ਲੱਕ ਤੱਕਦਿਆਂ ਹੈਰਾਨ ਹੋਣ ਵਾਲੀ ਗੱਲ ਹੈ। ਜੇਕਰ ਆਪ ਬਹੁਤ ਦੇਰ ਰਾਤ ਟੈਲੀਵਿਜ਼ਨ ਵੇਖਦੇ ਹੋਏ ਮਨੁੱਖਾਂ ਅਤੇ ਔਰਤਾਂ, ਸੋ ਇੱਥੇ ਤੁਹਾਨੂੰ ਇਹ ਦੱਸਣ ਲਈ ਹਾਂ ਕਿ ਇੱਕ ਵਿਅਕਤੀ ਹੈ ਜਿਸ ਨੂੰ ਸ਼ੈਤਾਨ ਆਖਿਆ ਜਾਂਦਾ ਹੈ। ਉਹ ਜਿੰਦਾ ਹੈ ਅਤੇ ਠੀਕ ਇਸ ਧਰਤੀ ਉੱਤੇ ਹੈ ਅਤੇ ਉਹ ਕਿਰਿਆਤਮਕ ਤੌਰ ਤੇ ਜਿੱਥੇ ਵੀ ਹੋ ਸਕੇ ਯਿਸੂ ਮਸੀਹ ਦੇ ਕਾਰਜ ਨੂੰ ਨਾਸ਼ ਕਰ ਰਿਹਾ ਹੈ। ਬਾਈਬਲ ਇਹ ਸਿੱਖਿਆ ਸਪਸ਼ਟ ਤੌਰ ਤੇ ਦਿੰਦੀ ਹੈ। ਸੋ ਲੋਕਾਂ ਨੂੰ ਇਹ ਆਖ ਤੇ ਸੁਣਦਾ ਹਾਂ ਕਿ ਉਹ ਮਸੀਹੀ ਹਨ, ਪਰ ਉਹ ਸ਼ੈਤਾਨ ਦੀ ਅਸਲੀਅਤ ਉੱਤੇ ਵਿਸ਼ਵਾਸ ਨਹੀਂ ਕਰਦੇ। ਮੇਰੇ ਲਈ ਇਹ ਸਮਝਣਾ ਬਹੁਤ ਹੀ ਕਠਿਨ ਲੱਗਦਾ ਹੈ। ਜੇਕਰ ਉਹ ਮਸੀਹੀ ਹਨ, ਨਿਸ਼ਚਿਤ ਤੌਰ ਤੇ ਉਹ ਬਾਈਬਲ ਨਹੀਂ ਪੜ੍ਹਦੇ, ਕਿਉਂਕਿ ਬਾਈਬਲ ਹਰ ਥਾਂ ਉਸ ਦੇ ਜ਼ਿਕਰ ਕਰਦੀ ਹੈ। ਇੱਥੇ ਬਾਈਬਲ ਦੇ ਇਸ ਭਾਗ ਵਿੱਚ ਜੋ ਅਸੀਂ ਪੜ੍ਹਿਆ ਹੈ, 12ਵੀਂ ਐਤ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸਾਡੀ ਲੜਾਈ ਮਾਸ ਅਤੇ ਲਹੂ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। ਇੱਥੇ ਸ਼ੈਤਾਨ ਦੇ ਰਾਜ ਦਾ ਬਿਆਨ ਕੀਤਾ ਗਿਆ ਹੈ। ਇਸ ਜਗਤ ਵਿਚਲੀਆਂ ਬੁਰੀਆਂ ਸ਼ਕਤੀਆਂ ਸ਼ੈਤਾਨ ਦੇ ਦੁਆਰਾ ਚਲਾਈਆਂ ਜਾਂਦੀਆਂ ਹਨ। ਉਸ ਨੂੰ ਇੱਕ ਸ਼ਕਤੀ ਨੇ ਜਕੜਿਆ ਹੋਇਆ ਹੈ ਜਿਸ ਬਾਰੇ ਅਸੀਂ ਵਿਚਾਰ ਨਾਸ਼ਵਾਨ ਕੁਝ ਨਹੀਂ ਜਾਣ ਸਕਦੇ। ਬਾਈਬਲ ਬਾਣੀ ਵਿੱਚ ਇਹ ਸਪਸ਼ਟ ਹੈ ਕਿ ਪਾਪ ਵਿੱਚ ਪਏ ਸਵਰਗਦੂਤਾਂ ਦੀ ਇੱਕ ਵੱਡੀ ਫੌਜ ਉਸ ਦੇ ਹੁਕਮ ਦੇ ਅਧੀਨ ਹੈ। ਬੁਰਾਈ ਦੀ ਇਸ ਸ਼ਕਤੀ ਵਿੱਚ ਜਿਸ ਦਾ ਵਰਣਨ ਇੱਥੇ ਇਫਸੀਆਂ ਦੀ ਪੱਤਰੀ ਵਿੱਚ ਕੀਤਾ ਗਿਆ ਹੈ, ਸਾਨੂੰ ਦੱਸਿਆ ਗਿਆ ਹੈ ਕਿ ਉਸ ਦੀ ਕੋਸ਼ਿਸ਼ ਸਥਾਪਿਤ ਕੀਤੀ ਗਈ ਹੈ। ਸ਼ੈਤਾਨ ਦਾ ਰਾਜ ਇੱਕ ਪ੍ਰੋਥਾ ਰਾਜ ਹੈ। ਯੂਨਾਨੀ ਭਾਸ਼ਾ ਵਿੱਚ ਇਖਤਿਆਰ ਦਾ ਅਰਥ ਅਵਲ ਜਾਂ ਮੁੱਖ ਅਫਸਰਾਂ ਤੋਂ ਹੈ। ਉਹ ਸ਼ਕਤੀ ਜਿਸ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ, ਇਸ ਦਾ ਸੰਬੰਧ ਸਟਾਫ ਦੇ ਅਫਸਰਾਂ ਨਾਲ ਹੈ। ਉਹ ਸ਼ਾਸਕ ਮੰਡਲ ਕਮਾਂਡਰ ਹਨ ਅਤੇ ਬਾਨੀ ਸਧਾਰਨ ਫੌਜੀ ਦੁਸ਼ਟਾਂ ਦੀ ਆਤਮਿਕ ਫੌਜ ਹੈ। ਦੂਸਰੇ ਸ਼ਬਦਾਂ ਵਿੱਚ ਇਸ ਜਗਤ ਵਿੱਚ ਆਪਣਾ ਕਾਰਜ ਲਈ ਸ਼ੈਤਾਨ ਇੱਕ ਨਿਯਤਮ ਕੋਸ਼ਿਸ਼ ਕਰ ਰਿਹਾ ਹੈ। ਬਚਨ ਦੇ ਇਸ ਭਾਗ ਦੀ 11ਵੀਂ ਐਤ ਵਿੱਚ ਜੋ ਅਸੀਂ ਪੜ੍ਹਿਆ ਹੈ, ਸਾਨੂੰ ਦੱਸਿਆ ਗਿਆ ਹੈ ਕਿ ਇਸ ਜੀਵਨ ਵਿੱਚ ਅਸੀਂ ਅੱਜ ਸ਼ੈਤਾਨ ਦੇ ਛਲ ਛਿਦਰਾਂ ਦੇ ਵਿਰੁੱਧ ਯੁੱਧ ਲੜਨ ਜਾ ਰਹੇ ਹਾਂ।
ਸ਼ਾਲਿਸ਼ਿਦਰ ਸ਼ਬਦ ਦਾ ਅਰਥ ਹੈ ਨਿਯਤਮ ਵਿਵਹਾਰ ਜਾਂ ਯੁੱਧ ਦੀਆਂ ਯੋਜਨਾਵਾਂ ਜਾਂ ਵਿਉਂਤਾਂ ਜਾਂ ਵਿਧੀ ਹੁੰਦਾ ਹੈ। ਸ਼ੈਤਾਨ ਉਹਨਾਂ ਜਹੀਆਂ ਅਤੇ ਕਾਰਨਾਂ ਉੱਤੇ ਹਮਲਾ ਕਰ ਰਿਹਾ ਹੈ ਜੋ ਉਹਦੀਆਂ ਯੋਜਨਾਵਾਂ ਨੂੰ ਹਰਾਉਣ ਵਰਗੇ, ਅਤੇ ਇਸ ਕਰਕੇ ਅਸੀਂ ਜੋ ਮਸੀਹੀ ਹਾਂ, ਅਸੀਂ ਸ਼ੈਤਾਨ ਦੀ ਮੌਜੂਦਗੀ ਦੇ ਪ੍ਰਭਾਵ ਨੂੰ ਇਹਨਾਂ ਜ਼ਿਆਦਾ ਮਹਿਸੂਸ ਕਰਦੇ ਹਾਂ। ਉਹਨਾਂ ਦੇ ਪਿੱਛੇ ਨਹੀਂ ਪੈਂਦੇ ਜੋ ਉਸਦੇ ਹਨ। ਉਹ ਤਾਂ ਉਸ ਨੂੰ ਹਰਾਉਣ ਦੀ ਖੁਆਇਸ਼ ਰੱਖਣ ਵਾਲਾ ਹੈ ਔਰ ਉਹਦੇ ਪਿੱਛੇ ਲੱਗਿਆ ਹੋਇਆ ਹੈ। ਸ਼ੈਤਾਨ ਪ੍ਰਕਾਸ਼ ਦੀ ਪੋਥੀ ਨਾਲ ਘਿਰਦਾ ਕਰਦਾ ਹੈ ਕਿਉਂਕਿ ਇਹ ਉਸਦੇ ਜੀਵਨ ਦੇ ਆਖਰੀ ਅਧਿਆਏ ਨੂੰ ਦੱਸਦਾ ਹੈ। ਇਹ ਉਸਦੇ ਅੰਤਲ ਵਿਸ਼ਵਾਸ ਅਤੇ ਉਹਦੇ ਵਿਨਾਸ਼ ਦੀ ਭਵਿੱਖਬਾਣੀ ਕਰਦੀ ਹੈ, ਅਤੇ ਇਹ ਉਸਦੀ ਸਫਲਤਾ ਬਾਰੇ ਵੀ ਭਵਿੱਖਬਾਣੀ ਕਰਦੀ ਹੈ ਜਿਸ ਤੋਂ ਉਸ ਨੂੰ ਇੰਨੀ ਜ਼ਿਆਦਾ ਘਿਰਣਾ ਹੈ। ਭਾਵਪੂਰਵ ਯੀਸ਼ੂ ਮਸੀਹ ਬਾਰੇ ਵੀ ਜਦੋਂ ਅਸੀਂ ਸ਼ੈਤਾਨ ਦੀ ਇਰਾਦਾ ਰੱਖਣ ਦੀ ਕੋਸ਼ਿਸ਼ ਬਾਰੇ ਅਧਿਐਨ ਕਰਦੇ ਹਾਂ ਤਦ ਸਾਨੂੰ ਇਹ ਸਮਝਣ ਦੀ ਲੋੜ ਹੈ, ਜਿਸ ਤਰ੍ਹਾਂ ਪਾਲੂਸ ਨੇ ਕਰੰਥੀਆਂ ਦੇ ਲੋਕਾਂ ਨੂੰ ਲਿਖਿਆ ਸੀ ਕਿ ਸਾਡੇ ਲਈ ਉਹ ਮਹੱਤਵਪੂਰਨ ਹੈ ਅਸੀਂ ਉਸ ਦੀਆਂ ਯੋਜਨਾਵਾਂ ਤੋਂ ਅਣਜਾਣ ਨਾ ਰਹੀਏ। ਮਸੀਹ ਲੋਕਾਂ ਦੇ ਵਿਚਾਰ ਅੱਜ ਮੈਂ ਕਰੀਬ 2 ਵਿਚਾਰਾਂ ਕਿਸੇ ਦੀ ਚੀਜ਼ ਦੇ ਅਧਿਐਨ ਬਾਰੇ ਪਾਉਂਦਾ ਹਾਂ ਜਿਸ ਦਾ ਸਬੰਧ ਸ਼ੈਤਾਨ ਜਾਂ ਅਬਲੀਸ ਜਾਂ ਇਸ ਜਗਤ ਵਿਚਲੀ ਬੁਰਾਈ ਨਾ ਹੋਵੇ। ਉਹ ਜਾਂ ਤਾਂ ਅਗਿਆਨਤਾ ਵਾਲਾ ਜਾਂ ਨਿਸਤਾਰੇ ਵਾਲਾ ਹੁੰਦਾ ਹੈ, ਜਾਂ ਤਾਂ ਉਹ ਬਸ ਜਾਣਦੇ ਹੀ ਨਹੀਂ ਹੁੰਦੇ, ਜਾਂ ਫਿਰ ਸ਼ਾਇਦ ਇਸ ਤੋਂ ਭੈੜਾ ਇਹ ਹੈ ਕਿ ਉਹ ਤਾਂ ਪਰਵਾਹ ਹੀ ਨਹੀਂ ਕਰਦੇ। ਸ਼ੈਤਾਨ ਆਪਣਾ ਕੰਮ ਕਰਨਾ ਜਾਰੀ ਰੱਖਦਾ ਹੈ ਜਦੋਂ ਕਿ ਅਸੀਂ ਬਿਨਾਂ ਜਾਣਦੇ ਹੋਇਆਂ ਉਸ ਨਾਲ ਸਹਿਯੋਗ ਕਰਦੇ ਰਹਿੰਦੇ ਹਾਂ, ਕਿਉਂਕਿ ਅਸੀਂ ਆਪਣੇ ਆਪ ਨੂੰ ਲੈਸ ਕਰਨ ਲਈ ਸਮਾਂ ਬਤੀਤ ਨਹੀਂ ਕੀਤਾ। ਬਾਈਬਲ ਆਖਦੀ ਹੈ ਕਿ ਸ਼ੈਤਾਨ ਆਪਣੇ ਉਦੇਸ਼ ਵਜੋਂ ਪਾਪੀਆਂ ਨੂੰ ਬੰਨਣ ਅਤੇ ਮਸੀਹ ਨੂੰ ਭਰਮਾਉਣ ਅਤੇ ਉਹਨਾਂ ਨੂੰ ਸੱਟ ਮਾਰਨ ਦਾ ਜਾਂ ਦੁੱਖ ਦੇਣਾ ਚਾਹੁੰਦਾ ਹੈ। ਉਹ ਸਭ ਨੂੰ ਧੋਖਾ ਦੇਣਾ ਚਾਹੁੰਦਾ ਹੈ, ਨਿਰਾਸ਼ ਕਰਨਾ ਚਾਹੁੰਦਾ ਹੈ ਤੇ ਪਰਮੇਸ਼ਵਰ ਤੋਂ ਦੂਰ ਰੱਖਣਾ ਚਾਹੁੰਦਾ ਹੈ। ਜੇਕਰ ਆਪ ਧਿਆਨਪੂਰਵਕ ਬਾਈਬਲ ਨੂੰ ਪੜ੍ਹੋ ਤਦ ਆਪ ਜਾਣੋਗੇ ਕਿ ਇਹ ਸ਼ੈਤਾਨ ਸੀ ਜੋ ਲੂਤ ਨੂੰ ਸਦੋਮ ਵਿੱਚ ਲੈ ਕੇ ਗਿਆ ਸੀ ਅਤੇ ਅਬਰਾਹਾਮ ਨੂੰ ਮਿਸਰ ਵਿੱਚ ਅਤੇ ਪਤਰਸ ਨੂੰ ਮਸੀਹ ਦਾ ਇਨਕਾਰ ਕਰਵਾਇਆ ਅਤੇ ਹਨਨੀਆ ਅਤੇ ਸਪੀਰਾ ਕੋਲੋਂ ਪਵਿੱਤਰ ਆਤਮਾ ਅੱਗੇ ਝੂਠ ਬੁਲਾਇਆ ਸੀ। ਇਹ ਸ਼ੈਤਾਨ ਹੀ ਸੀ ਜਿਸ ਨੇ ਪ੍ਰਭੂ ਯਿਸੂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਪਛਤਾਵੇ ਵਿੱਚ ਆਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਜੇਕਰ ਉਹ ਮਹਿਮਾ ਦੇ ਪ੍ਰਭੂ ਉੱਤੇ ਹਮਲਾ ਕਰਨ ਤੋਂ ਨਹੀਂ ਡਰਦਾ ਤਦ ਆਪ ਨੂੰ ਇਹ ਜਾਣਨ ਵਿੱਚ ਕੋਈ ਵੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਉਹ ਪਰਮੇਸ਼ਰ ਦੇ ਲੋਕਾਂ ਵਿੱਚੋਂ ਸਭ ਤੋਂ ਵੱਧ ਪਰਮੇਸ਼ਰ ਪਸਤਤ ਲੋਕਾਂ ਉੱਤੇ ਹਮਲਾ ਕਰਨ ਤੋਂ ਵੀ ਨਹੀਂ ਡਰਦਾ। ਅੱਜ ਉਹ ਕਲੀਸਿਆ ਵਿੱਚ ਇਸ ਦੀ ਸੇਵਾ ਨੂੰ ਰੋਕਣ ਲਈ ਫੋਟੋਆਂ ਨੂੰ ਲੈ ਕੇ ਆਉਂਦਾ ਹੈ ਕਿ ਇਸ ਦੇ ਆਗੂਆਂ ਅਤੇ ਮੈਂਬਰਾਂ ਨੂੰ ਬਦਨਾਮ ਕਰ ਸਕੇ। ਮੈਂ ਸੋਚਦਾ ਹਾਂ ਕਿ ਉਹ ਚੀਜ਼ ਜਿਹੜੀ ਸਾਨੂੰ ਸਾਰਿਆਂ ਨੂੰ ਅਕਸਰ ਭਾਲਦੀ ਹੈ, ਨੇਚਾ ਵਿੱਚ ਹੋ ਕੇ ਮਸੀਹ ਦਾ ਨਾਮ ਲੈਂਦੇ ਹਨ, ਉਹ ਇਹ ਹੈ ਕਿ ਅਸੀਂ ਉਸ ਦੇ ਖੇਤਰ ਵਿੱਚ ਰਹਿੰਦੇ ਹਾਂ। ਇਹ ਯੁੱਧ ਕਿਸੇ ਸ਼ਮਲਾਟ ਉੱਤੇ ਨਹੀਂ ਲੜਿਆ ਜਾਂਦਾ, ਇਹ ਪਰਮੇਸ਼ਰ ਦੀ ਜ਼ਮੀਨ ਉੱਤੇ ਨਹੀਂ ਲੜਿਆ ਜਾਂਦਾ। ਉਹ ਯੁੱਧ ਜੋ ਅਸੀਂ ਲੜਦੇ ਹਾਂ ਉਹ ਵੈਰੀ ਦੇ ਇਲਾਕੇ ਵਿੱਚ ਲੜਿਆ ਜਾਂਦਾ ਹੈ। ਇਹ ਇੱਕ ਇਹੋ ਜਿਹਾ ਯੁੱਧ ਹੈ ਜੋ ਸਾਡੇ ਵਿੱਚੋਂ ਉਹਨਾਂ ਲਈ ਜੋ ਮਸੀਹੀ ਹਨ ਇਹ ਇੱਕ ਪ੍ਰਦੇਸ਼ ਵਿੱਚ ਲੜੀ ਜਾਂਦੀ ਹੈ। ਸੰਸਾਰ, ਸਰੀਰ ਅਤੇ ਸ਼ੈਤਾਨ ਸਾਡੇ ਆਮ ਵੈਰੀ ਹਨ। ਉਹ ਸਾਰੇ ਜਾਣਦੇ ਹਨ ਕਿ ਸਾਨੂੰ ਭਰਮਾਉਣ ਲਈ ਕਿਵੇਂ ਫਸਾਉਂਦਾ ਹੈ ਅਤੇ ਸਾਡੇ ਜੀਵਨਾਂ ਵਿੱਚ ਕਿਵੇਂ ਕਮਜ਼ੋਰੀਆਂ ਅਤੇ ਅਸਫਲਤਾ ਨੂੰ ਲਿਆਉਂਦਾ ਹੈ। ਸ਼ੈਤਾਨ ਦੇ 3 ਮੁੱਖ ਸਤੰਭ ਹਨ ਅਤੇ ਜਿਵੇਂ ਕਿ ਅਸੀਂ ਅੱਜ ਆਪਣੇ ਆਲੇ ਦੁਆਲੇ ਤੱਕਦੇ ਹਾਂ ਇਹ ਸਾਫ਼ ਜ਼ਾਹਿਰ ਹੋਣਾ ਚਾਹੀਦਾ ਹੈ ਕਿ ਉਹ ਘੱਟੋ ਘੱਟ ਦਰਮਿਆਨੀ ਹੱਦ ਤੱਕ ਆਪਣੇ ਹਰੇਕ ਮੁੱਖ ਹਮਲੇ ਵਿੱਚ ਕਾਮਯਾਬ ਹੁੰਦਾ ਹੈ। ਸਭ ਤੋਂ ਪਹਿਲਾਂ ਉਹ ਹਰੇਕ ਮਸੀਹ ਦੇ ਪਿੱਛੇ ਉਸ ਦੇ ਜੀਵਨ ਨੂੰ ਤਬਾਹ ਕਰਨ ਲਈ ਪਿਆ ਹੋਇਆ ਹੈ। ਦੂਸਰੀ ਗੱਲ, ਉਹ ਹਰੇਕ ਮਸੀਹ ਘਰ ਦੇ ਪਿੱਛੇ ਇਸ ਦੀ ਏਕਤਾ ਅਤੇ ਇਸ ਦੀ ਸ਼ੁੱਧਤਾ ਅਤੇ ਏਕੇ ਨੂੰ ਤਬਾਹ ਕਰਨ ਲਈ ਪਿਆ ਹੋਇਆ ਹੈ। ਅਤੇ ਤੀਸਰੀ ਗੱਲ, ਉਹ ਯਿਸੂ ਮਸੀਹ ਦੀ ਕਲੀਸਿਆ ਦੇ ਪਿੱਛੇ ਇਸ ਨੂੰ ਸਰਵਜਨਕ ਤੌਰ ਤੇ ਨਿਰਾਸ਼ ਕਰਨ, ਇਸ ਨੂੰ ਰਾਸ਼ਟਰੀ ਪੱਧਰ ਤੇ ਤਬਾਹ ਕਰਨ ਅਤੇ ਇਸ ਦੀ ਸੇਵਾ ਨੂੰ ਖੋਰਨ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਅਤੇ ਇਸ ਦੀ ਵੱਡੀ ਆਧਾਰ ਨੂੰ ਹੰਝੂ ਫੇਰਨ ਲੱਗਾ ਹੋਇਆ ਹੈ ਤਾਂ ਕਿ ਇਸ ਅੰਧਕਾਰ ਦੇ ਇੱਕ ਜਗਤ ਵਿੱਚ ਇਸ ਦੀ ਕੋਈ ਹੋਂਦ ਰਹਿ ਸਕੇ। ਸ਼ੈਤਾਨ ਦੇ ਇਹ 3 ਮੁੱਖ ਹਮਲੇ ਹਨ। ਸਾਡੇ ਵਿੱਚੋਂ ਉਹ ਜੋ ਇਸ ਸੇਵਾ ਵਿੱਚ ਹਨ ਜਾਣਦੇ ਹਨ ਕਿ ਉਹ ਕਿੰਨੀ ਮਹਾਨ ਪ੍ਰਗਤੀ ਕਰਦਾ ਜਾ ਰਿਹਾ ਹੈ। ਅਸੀਂ ਉਸ ਦੁਸ਼ਟ ਦੇ ਦੁਆਰਾ ਅਗਵਾਈ ਕੀਤੀ ਜਾਣ ਵਾਲੀ ਵੈਰੀਆਂ ਦੀ ਵੱਡੀ ਫੌਜ ਦੇ ਵਿਰੁੱਧ ਖੜੇ ਹਾਂ। ਜੇਕਰ ਆਪ ਕੋਲ ਆਪਣੀਆਂ ਬਾਈਬਲਾਂ ਹਨ ਅਤੇ ਆਪ ਜਲਦੀ ਪਹਿਲੀ ਪਤਰਸ ਦੀ ਪੱਤਰੀ 5:8 ਦੇ ਵਚਨ ਨੂੰ ਕੱਢੋ ਤਦ ਆਪ ਵੇਖੋਗੇ ਇੱਥੇ ਅੱਜ ਇਸ ਜਗਤ ਵਿੱਚ ਸ਼ੈਤਾਨ ਦੇ ਉਦੇਸ਼ ਦੀ ਇੱਕ ਬਹੁਤ ਸੰਖੇਪ ਵਿਖਿਆਨ ਪਾਇਆ ਜਾਂਦਾ ਹੈ। ਜੇਕਰ ਸ਼ੈਤਾਨ ਦੀ ਇਸ ਵਿਉਧ ਦੀ ਜਾਣਕਾਰੀ ਰੱਖਦੇ ਹੋਏ ਤਦ ਆਪ ਆਪਣੇ ਆਪ ਨੂੰ ਇਸ ਐਤ ਵਿੱਚ ਪਾਓਗੇ। ਪਹਿਲਾ ਪਤਰਸ 5:8 ਦੇ ਵਚਨ ਆਖਦੇ ਹਨ, ਸੁਚੇਤ ਹੋਵੋ, ਜਾਗਦੇ ਰਹੋ, ਤੁਹਾਡਾ ਵਿਰੋਧੀ ਸ਼ੈਤਾਨ ਬੁੱਕਦੇ ਸ਼ੇਹ ਵਾਂਗੂ ਭਾਲਦਾ ਫਿਰਦਾ ਹੈ, ਭਾਈ ਕਿਹਨੂੰ ਪਾੜ ਖਾਵਾਂ। ਪਤਰਸ ਦੇ ਬਚਨਾਂ ਅਨੁਸਾਰ ਸ਼ੈਤਾਨ ਇੱਕ ਬੁੱਕਦੇ ਬੱਬਰ ਦੀ
ਸ਼ੇਰ ਦੀ ਤਰ੍ਹਾਂ ਘੁੰਮਦਾ ਫਿਰਦਾ ਹੈ। ਇਹ ਭਾਲਦਾ ਫਿਰਦਾ ਹੈ ਕਿ ਉਹ ਕਿਹਨੂੰ ਪਾੜ ਖਾਵੇ। ਪਾੜ ਖਾਣ ਸ਼ਬਦ ਇਹ ਸਭ ਤੋਂ ਵੱਧ ਰੋਚਕ ਸ਼ਬਦ ਹੈ। ਇਸ ਦੀ ਵਰਤੋਂ ਇਬਰਾਨੀਆਂ 11:29 ਵਿੱਚ ਕੀਤੀ ਗਈ ਹੈ ਅਤੇ ਇਸ ਦੁਆਰਾ ਇਹਦਾ ਅਨੁਵਾਦ ਉੱਥੇ ਡੁੱਬ ਗਏ ਸ਼ਬਦ ਵਜੋਂ ਕੀਤਾ ਗਿਆ ਹੈ। ਨੇਚਾ ਨਾਲ ਲਾਲ ਸਮੁੰਦਰ ਵਿੱਚ ਦੀ ਜਿਵੇਂ ਸੁੱਕੀ ਜ਼ਮੀਨ ਉੱਤੋਂ ਦੀ ਪਾਰ ਲੰਘ ਗਏ, ਪਰ ਇਹਦਾ ਮਿਸਰੀਆਂ ਨੇ ਉਦਮ ਕੀਤਾ ਤਾਂ ਉਹ ਡੁੱਬ ਗਏ। ਮਨੁੱਖੋ ਅਤੇ ਔਰਤੋਂ, ਮੈਂ ਆਪ ਨੂੰ ਕੁਝ ਦੱਸਣਾ ਚਾਹੁੰਦਾ ਹਾਂ। ਸ਼ੈਤਾਨ ਦਾ ਮੁੱਖ ਉਦੇਸ਼ ਆਪ ਦੀ ਗਵਾਹੀ ਨੂੰ ਡੋਬਣਾ ਹੈ। ਯਿਸੂ ਮਸੀਹ ਲਈ ਆਪ ਦੇ ਪ੍ਰਭਾਵ ਨੂੰ ਡੋਬਣਾ ਹੈ। ਇੱਕ ਬੁੱਕ ਦੇ ਬੱਬਰ ਸ਼ੇਰ ਦੀ ਤਰ੍ਹਾਂ ਹਰੇਕ ਛੋਟੇ ਤੋਂ ਛੋਟੇ ਲਾਭ ਦੀ ਭਾਲ ਕਰਦਾ ਘੁੰਮਦਾ ਫਿਰਦਾ ਹੈ ਜੋ ਉਹ ਆਪਣੇ ਜੀਵਨ ਵਿੱਚ ਪ੍ਰਾਪਤ ਕਰ ਸਕੇ, ਜਿਸ ਦਾ ਉਦੇਸ਼ ਆਪ ਦੀ ਗਵਾਹੀ ਨੂੰ ਪਾੜ ਖਾਣਾ ਅਤੇ ਮਸੀਹ ਵਾਸਤੇ ਆਪ ਦੇ ਪ੍ਰਵਾਹ ਨੂੰ ਰੋਕਣਾ ਹੈ। ਜੇਕਰ ਉਹ ਆਪ ਦੇ ਘਰਾਣੇ ਦੇ ਅੰਦਰ ਮਤਭੇਦ ਪੈਦਾ ਕਰ ਸਕੇ ਅਤੇ ਆਪ ਦੇ ਘਰ ਨੂੰ ਤੋੜ ਸਕੇ ਤੇ ਆਪ ਦੇ ਪਰਿਵਾਰ ਵਿੱਚ ਵੰਡ ਪਾ ਸਕੇ, ਤਦ ਉਹ ਆਨੰਦ ਨਾਲ ਪਿੱਛੇ ਬੈਠਾ ਰਹਿੰਦਾ ਹੈ। ਉਸ ਨੇ ਆਪਣਾ ਮਤਲਬ ਪੂਰਾ ਕਰ ਲਿਆ ਹੈ। ਜੇਕਰ ਉਹ ਤੁਹਾਡੇ ਵਿੱਚੋਂ ਕੁਝ ਨੂੰ ਵੰਡ ਪਾਉਣ ਲਈ ਬਲੋ ਆਲੋਚਕ ਅਤੇ ਪਰਮੇਸ਼ਰ ਰਾਹਤ ਅਤੇ ਕਲੀਸਿਆ ਵਿੱਚ ਸਰੀਰਕ ਹੋਣ ਵਜੋਂ ਅਤੇ ਪਰਮੇਸ਼ਰ ਦੇ ਲੋਕਾਂ ਵਿੱਚ ਫੋਟਕ ਪਾਉਣ ਵਾਲੇ ਹੋ ਜਾਵੋ, ਤਦ ਉਹ ਆਪਣਾ ਉਦੇਸ਼ ਪੂਰਾ ਕਰ ਚੁੱਕਾ ਹੈ। ਉਸ ਦਾ ਤਿਕੋਣਾ ਹਮਲਾ ਮਸੀਹੀ ਘਰ ਅਤੇ ਕਲੀਸਿਆ ਹੈ। ਅੱਜ ਕੋਲ ਉਹ ਆਪਣਾ ਕਾਰਜ ਹਮੇਸ਼ਾ ਲੋਕਾਂ ਨਾਲ ਬਹੁਤ ਬਿਹਤਰ ਢੰਗ ਨਾਲ ਕਰ ਰਿਹਾ ਹੈ। ਬਾਈਬਲ ਆਖਦੀ ਹੈ ਕਿ ਅਸੀਂ ਇੱਕ ਯੁੱਧ ਵਿੱਚ ਹਾਂ। ਗੌਰ ਕਰੋ, ਵਚਨ ਦਾ ਇਹ ਭਾਗ ਆਖਦਾ ਹੈ ਕਿ ਸਾਡੀ ਲੜਾਈ ਅਸੀਂ ਮਾਸ ਅਤੇ ਲਹੂ ਦੇ ਵਿਰੁੱਧ ਨਹੀਂ ਲੜਦੇ, ਬਲਕਿ ਅਸੀਂ ਇਸ ਦੇ ਵਿਰੁੱਧ ਵੈਰੀ ਨਾਲ ਲੜਦੇ ਹਾਂ। ਉਹ ਇਹ ਨਹੀਂ ਆਖਦਾ ਕਿ ਅਸੀਂ ਮੁੱਕੇਬਾਜ਼ੀ ਕਰਦੇ ਹਾਂ। ਉਹ ਇਹ ਨਹੀਂ ਆਖਦਾ ਕਿ ਅਸੀਂ ਸੰਦ ਲੈਂਦੇ ਖੇਡਦੇ ਹਾਂ। ਉਹ ਤਾਂ ਇਹ ਆਖਦਾ ਕਿ ਅਸੀਂ ਲੜਾਈ ਕਰਦੇ ਹਾਂ। ਇਹ ਬਹੁਤ ਗੰਭੀਰਤਾ ਵਾਲਾ ਸ਼ਬਦ ਹੈ। ਇਹ ਇੱਕ ਇਹੋ ਜਿਹੇ ਮਨੁੱਖ ਦੀ ਤਸਵੀਰ ਉਲੀਕਦੀ ਹੈ ਜੋ ਇੱਕ ਹੋਰ ਮਨੁੱਖ ਨੂੰ ਜੱਫਾ ਪਾਈ ਉਸ ਨੂੰ ਪੂਰੀ ਤਾਕਤ ਨਾਲ ਹੇਠਾਂ ਧਰਤੀ ਉੱਤੇ ਪਟਕ ਦੇਣ ਵਾਲਾ ਹੁੰਦਾ ਹੋਵੇ। ਪਰਮੇਸ਼ਰ ਦੇ ਜਨ ਲਈ ਇਹ ਹਰੇਕ ਨੈਤਿਕ ਪੱਠੇ ਦੇ ਜ਼ੋਰ ਲਾਉਣ ਦੀ ਗੱਲ ਹੈ ਅਤੇ ਹਰੇਕ ਆਤਮਿਕ ਮਾਸਪੇਸ਼ੀ ਨੂੰ ਪਰਖਣ ਦੀ ਹੈ। ਸਾਨੂੰ ਮਸੀਹ ਹੋਣ ਵਜੋਂ ਗਰਮ ਯੁੱਧ ਵਿੱਚ ਬੈਠ ਕੇ ਆਰਾਮ ਕਰਨ ਲਈ ਨਹੀਂ ਬੁਲਾਇਆ ਗਿਆ, ਸਾਨੂੰ ਅਧਿਕ ਸ਼ਕਤੀਆਂ ਨਾਲ ਜਦੋਂ ਜਾਹਿਦ ਕਰਨ ਲਈ ਬੁਲਾਇਆ ਗਿਆ ਹੈ ਅਤੇ ਇਹ ਅਸਲ ਯੁੱਧ ਹੈ। ਇਹ ਵੀ ਟੋਜ਼ਰ ਨੇ ਆਪਣੀ ਸੇਵਾ ਦੇ ਅੰਤਲ ਸਮੇਂ ਵਿੱਚ ਲਿਖਿਆ ਸੀ। ਉਸ ਨੇ ਆਖਿਆ ਸੀ, ਆਰੰਭਿਕ ਸਮੇਂ ਵਿੱਚ ਜਦੋਂ ਮਸੀਹਾਂ ਨੇ ਅਮਰੀਕੀਆਂ ਉੱਤੇ ਪ੍ਰਭਾਵਸ਼ਾਲੀ ਪ੍ਰਭਾਵ ਪਾਇਆ ਸੀ, ਤਦ ਸੋਚਦੇ ਹੋਏ ਸਨ ਕਿ ਜਗਤ ਇੱਕ ਯੁੱਧ ਦਾ ਮੈਦਾਨ ਹੈ। ਸਾਡੇ ਪਿਤਰਾਂ ਨੇ ਪਾਪ ਅਤੇ ਸ਼ੈਤਾਨ ਅਤੇ ਨਰਕ ਵਿੱਚ ਇੱਕ ਇਕੱਠੀ ਸ਼ਕਤੀ ਵਜੋਂ ਵਿਸ਼ਵਾਸ ਕੀਤਾ ਸੀ ਅਤੇ ਉਹਨਾਂ ਨੇ ਪਰਮੇਸ਼ਰ ਅਤੇ ਧਾਰਮਿਕਤਾ ਅਤੇ ਸਵਰਗ ਵਿੱਚ ਦੂਸਰੀ ਸਮੂਹਿਕ ਸ਼ਕਤੀ ਵਜੋਂ ਵਿਸ਼ਵਾਸ ਕੀਤਾ ਸੀ। ਉਹ ਆਪਣੇ ਸੁਭਾਅ ਵਿੱਚ ਹਮੇਸ਼ਾ ਇੱਕ ਗਹਿਰੀ, ਭਿਆਨਕ ਅਤੇ ਨਾ ਸਮਝੀ ਜਾਣ ਸਕਣ ਵਾਲੀ ਵਿਰੋਧਤਾ ਵਿੱਚ ਇੱਕ ਦੂਸਰੇ ਦੇ ਵਿਰੁੱਧ ਸਨ। ਇਸ ਤਰ੍ਹਾਂ ਸਾਡੇ ਪਿਤਰਾਂ ਨੇ ਵਿਸ਼ਵਾਸ ਚੁਣਿਆ ਸੀ। ਉਹ ਨਿਰਪੱਖ ਨਹੀਂ ਸੀ ਹੋ ਸਕੇ, ਉਸ ਲਈ ਇਹ ਜ਼ਰੂਰ ਹੀ ਜ਼ਿੰਦਗੀ ਦਾ ਮੌਤ ਰਾਹੀਂ ਹੋਵੇਗਾ, ਸਵਰਗ ਜਾਂ ਨਰਕ। ਅਤੇ ਜੇਕਰ ਉਹ ਪਰਮੇਸ਼ਰ ਵੱਲੋਂ ਆਉਣ ਨੂੰ ਚੁਣੇ, ਤਦ ਪਰਮੇਸ਼ਰ ਦੇ ਵੈਰੀਆਂ ਨਾਲ ਇੱਕ ਖੁੱਲਮ ਖੁੱਲਾ ਯੁੱਧ ਦੀ ਆਸ ਕਰੇਗਾ। ਇਹ ਲੜਾਈ ਅਸਲ ਅਤੇ ਘਾਤਕ ਹੋਵੇਗੀ ਅਤੇ ਜਦੋਂ ਤੱਕ ਹੇਠਾਂ ਧਰਤੀ ਉੱਤੇ ਜੀਵਨ ਰਹੇ, ਉਦੋਂ ਤੱਕ ਇਹ ਹੁੰਦੀ ਰਹੇਗੀ। ਉਸ ਨੇ ਲਿਖਿਆ ਸੀ, ਮਸੀਹ ਸਿਪਾਹੀ ਕਦੇ ਨਹੀਂ ਸੀ ਭੁੱਲਿਆ ਕਿ ਉਹ ਕਿਸ ਤਰ੍ਹਾਂ ਦੇ ਜਗਤ ਵਿੱਚ ਜਿਉਂਦੇ ਸੀ। ਇਹ ਇੱਕ ਯੁੱਧ ਦਾ ਮੈਦਾਨ ਸੀ ਅਤੇ ਇਸ ਵਿੱਚ ਕਈ ਜ਼ਖਮੀ ਅਤੇ ਕਤਲ ਕੀਤੇ ਗਏ ਸਨ। ਫਿਰ ਉਹ ਅੱਗੇ ਆਖਦਾ ਹੈ, ਗਿਆ ਸੀ। ਇਹ ਵਰਤਮਾਨ ਸੋਚ ਹੈ। ਇਹ ਅੱਜ ਕੱਲ੍ਹ ਕਿੰਨੀ ਭਿੰਨ ਹੋ, ਅਸਲੀਅਤ ਉਹੀ ਹੈ, ਪਰ ਇਸ ਦੀ ਵਿਆਖਿਆ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਹੁਣ ਮਨੁੱਖ ਜਗਤ ਨੂੰ ਇੱਕ ਯੁੱਧ ਦੇ ਮੈਦਾਨ ਵਜੋਂ ਨਹੀਂ ਲੈਂਦੇ, ਬਲਕਿ ਇੱਕ ਖੇਡ ਦੇ ਮੈਦਾਨ ਵਜੋਂ। ਅਸੀਂ ਇੱਥੇ ਲੜਨ ਨੂੰ ਨਹੀਂ, ਬਲਕਿ ਅਸੀਂ ਤਾਂ ਨੱਚਣ ਬੱਧਣ ਲਈ ਹਾਂ। ਅਸੀਂ ਕਿਸੇ ਪ੍ਰਦੇਸ਼ ਵਿੱਚ ਨਹੀਂ, ਅਸੀਂ ਤਾਂ ਘਰ ਵਿੱਚ ਹਾਂ। ਅਸੀਂ ਜਿਉਣ ਲਈ ਤਿਆਰ ਨਹੀਂ ਹੋ ਰਹੇ, ਅਸੀਂ ਤਾਂ ਪਹਿਲਾਂ ਹੀ ਜੀ ਰਹੇ ਹਾਂ ਅਤੇ ਉਹ ਸਰਬ ਉੱਤਮ ਜੋ ਅਸੀਂ ਕਰ ਸਕਦੇ ਹਾਂ, ਉਹ ਸਾਡੀਆਂ ਆਪਣੀਆਂ ਰੋਕਾਂ ਤੋਂ ਆਪਣੇ ਆਪ ਨੂੰ ਛੁਟਕਾਰਾ ਦਿਲਾਉਣਾ ਹੈ ਅਤੇ ਆਪਣੀਆਂ ਨਿਰਾਸ਼ਾਵਾਂ ਤੋਂ ਅਤੇ ਇਸ ਜੀਵਨ ਨੂੰ ਇੱਥੇ ਭਰਪੂਰੀ ਨਾਲ ਜਿਉਣਾ ਹੈ। ਉਹ ਪੂਰੀ ਤਰ੍ਹਾਂ ਠੀਕ ਹੀ ਹੈ। ਅਸੀਂ ਇਸ ਭਾਵਨਾ ਨੂੰ ਖੋ ਚੁੱਕੇ ਹਾਂ ਕਿ ਅਸੀਂ ਇੱਕ ਯੁੱਧ ਵਿੱਚ ਜੁਟੇ ਹੋਏ ਹਾਂ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਜਿਹੜੇ ਦਰਸ਼ਕ ਸਾਡੇ ਨਾਲ ਲੇਟ ਜੁੜੇ ਸਨ, ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਤੋਂ ਅਸੀਂ ਬਾਈਬਲ ਅਧਿਐਨ ਦੀ ਇੱਕ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਹੈ। ਇਸ ਲੜੀ ਦਾ ਨਾਮ ਹੈ ਆਤਮਿਕ ਯੁੱਧ। ਮੈਨੂੰ ਇੱਕ ਸਵਾਲ ਪੁੱਛਣ ਦਿਓ, ਕੀ ਅਸੀਂ ਸੱਚਮੁੱਚ ਇੱਕ ਯੁੱਧ ਵਿੱਚ ਜੁਟੇ ਹੋਏ ਹਾਂ? ਹਾਂ ਜਾਂ ਨਾ? ਹਾਂ, ਅਸੀਂ ਅਫਸੀਆਂ ਦੀ ਪੱਤਰੀ ਦੇ 6 ਅਧਿਆਏ ਦੇ ਵਿੱਚ ਸੰਤ ਪੌਲਸ ਨੂੰ ਇਹ ਕਹਿੰਦੇ ਹੋਏ ਵੇਖਦੇ ਹਾਂ ਕਿ ਪ੍ਰਭੂ ਵਿੱਚ
ਅਤੇ ਉਸ ਦੀ ਸ਼ਕਤੀ ਦੇ ਪਰਾਕਰਮ ਦੇ ਵਿੱਚ ਤਕੜੇ ਹੋਵੋ। ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਸਾਹਮਣੇ ਖਲੋ ਸਕੋ। ਅੱਜ ਕੱਲ੍ਹ ਬਹੁਤ ਸਾਰੇ ਲੋਕ ਸ਼ੈਤਾਨ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ। ਉਹ ਸੋਚਦੇ ਹਨ ਕਿ ਸ਼ੈਤਾਨ ਨਾਮ ਦੀ ਕੋਈ ਚੀਜ਼ ਇਸ ਸੰਸਾਰ ਦੇ ਵਿੱਚ ਹੈ ਹੀ ਨਹੀਂ। ਉਹ ਸੱਚਾਈ ਨਾਲ ਵਾਕਿਫ ਨਹੀਂ ਹਨ। ਪਰ ਸੱਚਾਈ ਤਾਂ ਇਹੋ ਹੀ ਹੈ ਕਿ ਸਾਡਾ ਯੁੱਧ ਮਾਸ ਅਤੇ ਲਹੂ ਨਾਲ ਨਹੀਂ ਹੈ। ਇਸ ਦਾ ਮਤਲਬ ਸਾਡਾ ਯੁੱਧ ਆਪਣੇ ਨਾਲ ਦੇ ਮਨੁੱਖ ਦੇ ਨਾਲ ਨਹੀਂ ਹੈ, ਪਰ ਸ਼ੈਤਾਨ ਦੀ ਅਤੇ ਉਹਦੀਆਂ ਸ਼ਕਤੀਆਂ ਦੇ ਨਾਲ ਹੈ, ਜਿਹੜਾ ਕਿ ਸੁਰਗੀਆਂ ਥਾਵਾਂ ਵਿੱਚ ਪਾਈ ਜਾਂਦੀਆਂ ਹਨ। ਦੋਸਤੋ, ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਸੱਚਮੁੱਚ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਬਹੁਤ ਕੁਝ ਸਿੱਖਣ ਜਾ ਰਹੇ ਹਾਂ। ਆਤਮਿਕ ਯੁੱਧ ਦੀਆਂ ਇਹ ਆਤਮਿਕ ਸੱਚਾਈਆਂ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ। ਇਹ ਸੱਚਮੁੱਚ ਦਿਲਚਸਪ ਹੋਵੇਗਾ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਹਾਂ। ਆਓ ਪ੍ਰਾਰਥਨਾ ਕਰੀਏ। ਮਹਾਨ ਅਤੇ ਸਮਰਥੀ ਪਰਮੇਸ਼ਵਰ, ਅਸਮਾਨ ਔਰ ਜ਼ਮੀਨ ਦੇ ਮਾਲਿਕ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਹੋਏ ਪਿਤਾ ਪਰਮੇਸ਼ਵਰ ਤੁਹਾਡਾ ਧੰਨਵਾਦ ਦਿੰਦੇ ਹਾਂ ਕਿ ਤੁਸੀਂ ਸਾਨੂੰ ਪ੍ਰਭੂ ਅੱਜ ਦੇ ਵਚਨ ਦੇ ਅਨੁਸਾਰ ਆਤਮਿਕ ਯੁੱਧ ਦੀ ਸਿੱਖਿਆ ਦੇ ਰਹੇ ਹੋ। ਪਿਤਾ, ਅੱਜ ਪਿਤਾ ਪਰਮੇਸ਼ਵਰ ਆਤਮਿਕ ਯੁੱਧ ਦੀ ਮਹੱਤਵਤਾ ਨੂੰ ਅਸੀਂ ਸਮਝਿਆ। ਪਿਤਾ, ਸਾਡੇ ਵਿੱਚ ਬਹੁਤ ਸਾਰੇ ਲੋਕ ਹਨ ਪ੍ਰਭੂ ਜਿਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਉਹ ਇੱਕ ਆਤਮਿਕ ਯੁੱਧ 'ਚ ਹੈ। ਪਿਤਾ ਪਰਮੇਸ਼ਵਰ, ਤੁਸੀਂ ਚਾਹੁੰਦੇ ਹੋ ਕਿ ਅਸੀਂ ਆਤਮਿਕ ਯੁੱਧ ਨੂੰ ਸਫਲਤਾਪੂਰਵਕ ਲੜੀਏ ਔਰ ਉਸ 'ਚ ਕਾਮਯਾਬ ਹੋਈਏ। ਪਿਤਾ ਪਰਮੇਸ਼ਵਰ, ਤੁਸੀਂ ਚਾਹੁੰਦੇ ਹੋ ਕਿ ਅਸੀਂ ਸ਼ੈਤਾਨ ਨੂੰ ਹਰਾਈਏ। ਇਸ ਕਰਕੇ ਪਿਤਾ ਪਰਮੇਸ਼ਵਰ, ਤੁਸੀਂ ਆਪਣੇ ਵਚਨ ਦੇ ਦੁਆਰਾ ਸਾਨੂੰ ਆਤਮਿਕ ਹਥਿਆਰ ਦਿੱਤੇ ਪ੍ਰਭੂ ਜੀ, ਉਹ ਹਥਿਆਰ ਜਿਨ੍ਹਾਂ ਦੇ ਜ਼ਰੀਏ ਅਸੀਂ ਸ਼ੈਤਾਨ ਦਾ ਸਾਹਮਣਾ ਕਰ ਸਕਦੇ ਹਾਂ। ਪਿਤਾ ਪਰਮੇਸ਼ਵਰ, ਸਾਡਾ ਜਿਹੜਾ ਇਹ ਯੁੱਧ ਹੈ ਇਹ ਸੰਸਾਰਿਕ ਯੁੱਧ ਨਹੀਂ ਹੈ, ਇਹਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਪ੍ਰਭੂ, ਲੇਕਿਨ ਪਿਤਾ ਪਰਮੇਸ਼ਵਰ ਇਹ ਆਤਮਿਕ ਯੁੱਧ ਹੈ। ਕਿਉਂਕਿ ਤੁਹਾਡਾ ਵਚਨ ਦੱਸਦਾ ਹੈ ਕਿ ਸਾਡਾ ਜਿਹੜਾ ਯੁੱਧ ਹੈ ਉਹ ਮਾਸ ਔਰ ਲਹੂ ਨਾਲ ਨਹੀਂ ਹੈ, ਪਰ ਦੁਸ਼ਟਤਾ ਦੀ ਸੈਨਾਵਾਂ ਨਾਲ ਜਿਹੜਾ ਆਕਾਸ਼ ਦੇ ਵਿੱਚ ਹਨ ਉਹਨਾਂ ਦੇ ਨਾਲ ਹੈ। ਪਿਤਾ ਪਰਮੇਸ਼ਵਰ, ਸਾਨੂੰ ਇਸ ਯੁੱਧ ਵਿੱਚ ਆਪਣੇ ਦੁਸ਼ਮਣ ਨੂੰ ਪਛਾਣ ਕਰਨ ਦੀ ਸ਼ਕਤੀ ਦਿਓ ਤੇ ਇਸ ਯੁੱਧ ਵਿੱਚ ਤੁਸੀਂ ਸਾਡੀ ਰੱਖਿਆ ਕਰੋ। ਔਰ ਜੋ ਪ੍ਰਭੂ ਜੀ ਆਤਮਾ ਦੇ ਹਥਿਆਰ ਸ਼ਸਤਰ ਬਸਤਰ ਤੁਸੀਂ ਸਾਨੂੰ ਪਹਿਨਾਉਣਾ ਚਾਹੁੰਦੇ ਹੋ ਪ੍ਰਭੂ ਜੀ, ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਤਾਂ ਕਿ ਉਹਨਾਂ ਨੂੰ ਪਹਿਨ ਕੇ ਅਸੀਂ ਉਹਨਾਂ ਦਾ ਅੱਛਾ ਇਸਤੇਮਾਲ ਕਰੀਏ ਔਰ ਪਿਤਾ ਪਰਮੇਸ਼ਵਰ ਯਿਸੂ ਮਸੀਹ ਦੇ ਨਾਂ 'ਚ ਸ਼ੈਤਾਨ ਦਾ ਸਾਹਮਣਾ ਕਰਕੇ ਉਹਨੂੰ ਹਰਾ ਸਕੀਏ। ਸਾਡੀ ਜ਼ਿੰਦਗੀਆਂ ਪਿਤਾ ਪਰਮੇਸ਼ਵਰ ਸੱਚਮੁੱਚ ਜਿੱਤੀਆਂ ਹੋਈਆਂ ਜ਼ਿੰਦਗੀਆਂ ਹੋਣ, ਵਿਜयी ਜ਼ਿੰਦਗੀਆਂ ਹੋਣ, ਫਤਿਹਮੰਦ ਜ਼ਿੰਦਗੀਆਂ ਹੋਣ, ਜਿਨ੍ਹਾਂ ਦੇ ਜ਼ਰੀਏ ਪਿਤਾ ਪਰਮੇਸ਼ਵਰ ਤੁਹਾਡੇ ਨਾਮ ਨੂੰ ਇੱਜ਼ਤ ਔਰ ਮਾਣ ਮਿਲੇ। ਪਿਆਰੇ ਪਿਤਾ ਪਰਮੇਸ਼ਵਰ, ਹੁਣ ਸਾਨੂੰ ਤੁਸੀਂ ਪਿਤਾ ਪਰਮੇਸ਼ਵਰ ਜਿੰਨੇ ਵੀ ਸਾਡੇ ਦਰਸ਼ਕ ਹੈ ਸਾਰਿਆਂ ਨੂੰ ਇਸ ਵਚਨ ਦੇ ਮੁਤਾਬਿਕ ਆਪਣੀ ਬਰਕਤ ਦਿਓ, ਆਪਣੀ ਸ਼ਕਤੀ ਦਿਓ। ਪਿਤਾ, ਸਾਡੀ ਇਸ ਪ੍ਰਾਰਥਨਾ ਨੂੰ ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗ ਲੈਂਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।